ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ, ਚੜ੍ਹਦੀ ਕਲਾ ਸੇਵਾ ਟਰਸਟ ਤੋਂ ਆਪ ਜੀ ਦਾ ਹੋਸਟ। ਸਾਡੇ ਨਾਲ ਜੁੜ ਚੁੱਕੇ ਨੇ ਵੀਰ ਸੁਖਵਿੰਦਰ ਸਿੰਘ ਜੀ ਬਾਲਾ ਸਾਹਿਬ, ਨਵੀਂ ਦਿੱਲੀ ਤੋਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਫਿਰ ਅਸੀਂ ਆਪ ਜੀ ਨਾਲ ਇੱਕ ਨਵਾਂ ਸਵਾਲ ਲੈ ਕੇ ਆਏ ਹਾਂ। ਅੱਜ ਦਾ ਜਿਹੜਾ ਸਾਡਾ ਸਵਾਲ ਹੈ, ਉਹ ਸਾਡੇ ਧਰਮ ਵਿੱਚ ਹੋਰ ਧਰਮਾਂ ਨਾਲੋਂ, ਜਾਤੀਆਂ ਨਾਲੋਂ, ਸਾਰਿਆਂ ਨਾਲੋਂ ਬਿਲਕੁਲ ਵਿਲੱਖਣ ਹੈ। ਹੋਰ ਅਸੀਂ ਇਹ ਆਪ ਜੀ ਕੋਲੋਂ ਜਾਣਨਾ ਚਾਹਾਂਗੇ ਕਿ ਜੋ ਸਾਡਾ ਸਵਾਲ ਹੈ, ਇਸ ਦੀ ਜੋ ਪਿਛੋਕੜ ਹੈ, ਜੋ ਮਰਿਆਦਾ ਹੈ, ਉਹ ਕਦੋਂ ਤੋਂ ਚਲਦੀ ਆ ਰਹੀ ਹੈ ਤੇ ਉਹਦੀ ਕੀ ਵਿਧੀ ਹੈ। ਔਰ ਉਹ ਸਾਡਾ ਸਵਾਲ ਜਿਹੜਾ ਹੈਗਾ ਉਹ ਇਹ ਹੈਗਾ ਕਿ ਅੱਜ ਦਾ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਆਪ ਜੀ ਨਾਲ, ਉਹ ਹੈ ਕੜਾ ਪ੍ਰਸ਼ਾਦ। ਤੁਸੀਂ ਦੇਖੋ ਕਿ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਬਹੁਤ ਹੀ ਅਦਬ ਨਾਲ ਪੂਰੀ ਸੰਗਤ ਵਿੱਚ ਦੀਵਾਨ ਦੀ ਸਮਾਪਤੀ ਤੋਂ ਬਾਅਦ ਵਰਤਾਇਆ ਜਾਂਦਾ ਹੈ। ਤੇ ਸਾਨੂੰ ਇਸ ਦੇ ਬਾਰੇ ਸਮਝਾਓ। ਇਹ ਸਾਨੂੰ ਮਿਸਾਲ ਅੱਜ ਤੱਕ ਕਿੱਥੇ ਵੀ ਦੇਖਣ ਨੂੰ ਨਹੀਂ ਮਿਲੀ, ਕਿਸੇ ਵੀ ਧਰਮ ਦੇ ਅੰਦਰ, ਕਿਸੇ ਵੀ ਜਗ੍ਹਾ ਦੇ ਅੰਦਰ। इसके बारे थोड़ी जी रोशनी पाओ कि ये पिछोकड़ की है इसका, और किस विधि नाल जिहड़ा है तैयार किया जाता है ते वरताया जाता है। जी वीर जी, तुहाडा धन्नवाद कि तुसी अज विशा कड़ा प्रसाद दा चुनिया रहत मर्यादा दे विचों। रहत मर्यादा दे विच इस विषय नूं भी थां दित्ती गई है और कड़ा प्रसाद बनाउण वरताउण दी एक खास मर्यादा हैगी है। ਉਹ ਨਿਯਮਬੱਧ ਤਰੀਕੇ ਨਾਲ ਤਿਆਰ ਹੁੰਦਾ ਹੈ ਤੇ ਨਿਯਮਬੱਧ ਤਰੀਕੇ ਨਾਲ ਹੀ ਉਹਨੂੰ ਵਰਤਾਉਣ ਦੀ ਜਿਹੜੀ ਮਰਿਆਦਾ ਦੱਸੀ ਗਈ ਹੈ। ਸੋ ਕੜਾ ਪ੍ਰਸ਼ਾਦ ਦੀ ਗੱਲ ਰਹਿਤ ਮਰਿਆਦਾ ਵਿੱਚ ਲਿਖੀ ਮਿਲਦੀ ਹੈ ਊੜਾ ਭਾਗ ਵਿੱਚ ਕਿ ਕੜਾ ਪ੍ਰਸਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ ਸੰਗਤ ਵਿੱਚ ਪ੍ਰਵਾਨ ਹੋਵੇਗਾ। ਠੀਕ ਹੈ। ਸੋ ਇਹਦੇ ਚ ਲਿਖਿਆ ਜੋ ਵਿਧੀ ਅਨੁਸਾਰ ਤਿਆਰ ਕਰਕੇ, ਭਾਵੇਂ ਤੁਸੀਂ ਤਿਆਰ ਕਰਕੇ ਆਪਣੇ ਘਰੋਂ ਲੈ ਕੇ ਆਓ ਜਾਂ ਗੁਰਦੁਆਰਾ ਸਾਹਿਬ ਚ ਤਿਆਰ ਕਰਾਓ, ਪਰ ਇੱਕ ਵਿਧੀ ਦਾ ਅਰਥ ਹੈ ਕੋਈ ਖਾਸ ਮਰਿਆਦਾ, ਕੋਈ ਢੰਗ ਹੈਗਾ ਕੜਾ ਪ੍ਰਸਾਦ ਤਿਆਰ ਕਰਨ ਦਾ। ਉਸ ਵਿਧੀ ਅਨੁਸਾਰ, ਉਸ ਮਰਿਆਦਾ ਅਨੁਸਾਰ ਜੇ ਹੋਏਗਾ ਤੇ ਉਹ ਕੜਾ ਪ੍ਰਸਾਦ ਗੁਰੂ ਘਰ ਵਿੱਚ ਪ੍ਰਵਾਨ ਹੈਗਾ। ਕਿਉਂਕਿ ਅਸੀਂ ਪਿੱਛੇ ਦੇਖ ਆਏ ਹਾਂ ਕਿ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ ਅਧਿਆਇ ਦਾ ਇਹ ਅੰਤਿਮ ਸਰਲੇਖ ਹੈ, ਜਿਸ ਅਧੀਨ 4 ਨਿਯਮਾਂ ਵਿੱਚ ਕੜਾ ਪ੍ਰਸਾਦ ਦਾ ਮਹੱਤਵ ਦੱਸਿਆ ਗਿਆ। ਰਹਿਤ ਮਰਿਆਦਾ ਵਿੱਚ ਉਸ ਦੀ ਤਿਆਰੀ, ਪ੍ਰਵਾਨਗੀ ਅਤੇ ਵਰਤਾਉਣ ਦੇ ਬਾਬਤ ਖਾਦ ਸੇਧ ਵੀ ਦਿੱਤੀ ਹੋਈ ਹੈ। ਆਮ ਤੌਰ ਤੇ ਹਰੇਕ ਸਮਾਗਮ ਦੀ ਸਮਾਪਤੀ ਤੇ ਕੜਾ ਪ੍ਰਸਾਦ ਵਰਤਾਇਆ ਜਾਂਦਾ ਹੈਗਾ। ਗੁਰੂ ਘਰ ਵਿੱਚ ਘੁੰਗਣੀਆਂ, ਲੱਡੂ, ਸ਼ੀਰਨੀ ਆਦਿ ਨਹੀਂ, ਸਗੋਂ ਕੜਾ ਪ੍ਰਸਾਦ ਹੀ ਜਿਹੜਾ ਹੈ ਉਹ ਵਰਤਾਉਣ ਦੀ ਮਰਿਆਦਾ ਹੈ, ਜਾਂ ਕਹਿ ਲਈਏ ਖਾਸ ਹਿਦਾਇਤ ਹੈਗੀ ਹੈ। ਤਾਂ ਤੇ ਹਰ ਗੁਰਸਿੱਖ ਪਰਿਵਾਰ ਨੂੰ ਕੜਾ ਪ੍ਰਸਾਦ ਤਿਆਰ ਕਰਨਾ ਆਉਣਾ ਵੀ ਚਾਹੀਦਾ ਹੈਗਾ, ਕਿਉਂਕਿ ਇਹ ਪੁਰਾਤਨ ਇਤਿਹਾਸਿਕ ਜਿਹੜੇ ਤੱਥ ਨੇ ਉਹ ਇਹ ਕਹਿੰਦੇ ਨੇ, ਔਰ ਬਹੁਤ ਸਾਰੇ ਲੋਕਾਂ ਦਾ ਸਵਾਲ ਵੀ ਆਉਂਦਾ ਜੀ ਕੜਾ ਪ੍ਰਸਾਦ ਕਦੋਂ ਤੋਂ ਸ਼ੁਰੂ ਹੋਇਆ। ਅਸਲ ਵਿੱਚ ਕੜਾ ਪ੍ਰਸਾਦ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਹੋ ਗਈ ਸੀ। ਜਦੋਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਕਨਵਰਸੇਸ਼ਨ ਹੋਈ ਨਾ, ਉਦੋਂ ਸਿੱਧਾਂ ਨੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਵੀ ਕੋਈ ਇਹੋ ਜਿਹਾ ਪਦਾਰਥ ਦੱਸੋ ਖਾਣ ਵਾਸਤੇ ਜਿਹਨੂੰ ਬੱਚਾ, ਜਵਾਨ, ਬੁੱਢਾ, ਭਾਵ ਜਿਹਦੇ ਦੰਦ ਨਾ ਹੋਣ, ਦੰਦ ਹੋਣ, ਜਾਂ ਫਿਰ ਬਜ਼ੁਰਗੀ 'ਚ ਦੰਦ ਝੜ ਗਏ ਹੋਣ, ਉਹ ਵੀ ਛਕ ਸਕੇ, ਤੇ ਉਹ ਨਾ ਬੱਚੇ ਨੂੰ ਨੁਕਸਾਨ ਦੇਵੇ, ਨਾ ਜਵਾਨ ਨੂੰ ਦੇਵੇ, ਤੇ ਨਾ ਬੁੱਢੇ ਨੂੰ ਦੇਵੇ। ਜਿਹੜੀ ਚੀਜ਼ ਸਾਰਿਆਂ ਨੂੰ ਪਚ ਵੀ ਜਾਏ ਸੌਖੇ ਤਰੀਕੇ ਨਾਲ, ਤੇ ਸਾਰੇ ਉਹਨੂੰ ਖਾ ਵੀ ਸਕਣ, ਇਹ ਤੇ ਸਵਾਦਲਾ ਵੀ ਹੋਵੇ। ਤੇ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਫਿਰ ਕੜਾ ਪ੍ਰਸਾਦ ਤਿਆਰ ਕਰਕੇ ਉਹਨਾਂ ਨੂੰ ਛਕਾਇਆ। ਜਿਹੜੀ ਸੰਗਤ ਉੱਥੇ ਸਵਾਲ ਜਵਾਬ ਦੇ ਵਿੱਚ ਜੁਟੀ ਹੋਈ ਸੀ, ਸਾਰਿਆਂ ਨੂੰ, ਸਾਰੇ ਬੜੇ ਖੁਸ਼ ਹੋਏ। ਤੇ ਦੂਜੀ ਗੱਲ, ਕੋਈ ਭਾਵੇਂ ਅਮੀਰ ਹੋਵੇ, ਗਰੀਬ ਹੋਵੇ, ਰਾਜਾ ਹੋਵੇ, ਰੰਕ ਹੋਵੇ, ਇਹ ਕੜਾ ਪ੍ਰਸਾਦ ਜਿਹੜਾ ਹੈ ਉਹ ਸਾਰੇ ਹੀ ਤਿਆਰ ਕਰ ਸਕਦੇ ਨੇ ਔਰ ਸਾਰੇ ਹੀ ਛਕ ਸਕਦੇ ਨੇ।
ਸੋ ਕੜਾ ਪ੍ਰਸਾਦ ਨੂੰ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਰਹਿਮਤ ਹੈ। ਕੜਾ ਪ੍ਰਸਾਦ ਦਾ ਇੱਕ ਕਿਣਕਾ ਵੀ ਜਿਹੜਾ ਹੈ ਉਹ ਗੁਰਸਿੱਖ ਨੂੰ ਪ੍ਰਾਪਤ ਹੋ ਜਾਏ ਤੇ ਗੁਰਸਿੱਖ ਉਹਨੂੰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈਗਾ, ਕਿਉਂਕਿ ਉਹ ਗੁਰੂ ਦਰ ਤੇ ਪ੍ਰਵਾਨ ਹੋਇਆ ਹੈਗਾ। ਤੋ ਦੇਖੋ ਇਹ ਰਸਦਾਂ ਜਿਨ੍ਹਾਂ ਦੇ ਨਾਲ ਕੜਾ ਪ੍ਰਸਾਦ ਤਿਆਰ ਹੁੰਦਾ ਹੈਗਾ, ਜਿਸ ਨੂੰ ਅਸੀਂ ਤਿਰਭਾਵਲੀ ਕਹਿੰਦੇ ਹੈਗੇ ਆ, ਘਿਓ, ਆਟਾ ਤੇ ਚੀਨੀ, ਇਹ ਤਾਂ ਸਾਰਿਆਂ ਦੇ ਘਰ ਹੀ ਹੈਗੀ ਹੈ। ਪਰ ਐਸਾ ਕੀ ਵਿਸ਼ੇਸ਼ ਹੈ ਕਿ ਕੜਾ ਪ੍ਰਸਾਦ ਜਦੋਂ ਗੁਰੂ ਘਰ ਵਿੱਚ ਚਲਾ ਜਾਂਦਾ ਹੈ, ਅਰਦਾਸ ਹੋ ਜਾਂਦੀ ਹੈ, ਪ੍ਰਵਾਨ ਹੋ ਜਾਂਦਾ ਹੈ, ਫਿਰ ਉਹ ਬਖਸ਼ਿਸ਼ ਬਣ ਜਾਂਦੀ ਹੈ, ਰਹਿਮਤ ਗੁਰੂ ਦੀ ਬਣ ਜਾਂਦੀ ਹੈ ਸਾਡੇ ਵਾਸਤੇ। ਤੇ ਉਹਦਾ ਇੱਕ ਕਿਣਕਾ ਵੀ ਜੇ ਧਰਤੀ ਤੇ ਵੀ ਡਿੱਗ ਪਏ ਨਾ ਗਲਤੀ ਨਾਲ, ਤਾਂ ਵੀ ਗੁਰਸਿੱਖ ਨੂੰ ਚੁੱਕ ਕੇ ਆਪਣੇ ਮੁਖ ਵਿੱਚ ਪਾ ਲੈਂਦੇ ਨੇ, ਕਿਉਂਕਿ ਕੜਾ ਪ੍ਰਸਾਦ ਸਾਡੇ ਵਾਸਤੇ ਬੜੀ ਪਵਿੱਤਰ ਚੀਜ਼ ਹੈ। ਔਰ ਇਹਦੀ ਇੱਕ ਖਾਸ ਵਿਧੀ ਵਿਧਾਨ ਹੈਗਾ। ਤੇ ਆਪਾਂ ਗੱਲ ਕਰ ਰਹੇ ਸੀ ਇਤਿਹਾਸ ਦੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਤੱਥ ਮਿਲਦੇ ਨੇ ਸਾਨੂੰ, ਜਿਵੇਂ ਹੁਣੇ ਹੀ ਮੈਂ ਸਿੱਧਾਂ ਦੀ ਗੱਲ ਕੀਤੀ ਹੈਗੀ ਹੈ। ਈਵਨ ਜਦੋਂ ਗੁਰੂ ਅੰਗਦ ਸਾਹਿਬ ਜੀ ਦੀਆਂ ਪ੍ਰੀਖਿਆਵਾਂ ਹੁੰਦੀਆਂ ਨੇ, ਗੁਰੂ ਅੰਗਦ ਸਾਹਿਬ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਪਾਸ ਹੁੰਦੇ ਨੇ, ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਕੜਾ ਪ੍ਰਸਾਦ ਜਿਹੜਾ ਹੈ ਉਹ ਬਣਾ ਕੇ ਤਿਆਰ ਕਰਾ ਕੇ ਤੇ ਉਸ ਨੂੰ ਢੱਕ ਦਿੰਦੇ ਨੇ। ਤੇ ਫਿਰ ਭਾਈ ਲਹਿਣੇ ਦੀ ਸਭ ਤੋਂ ਔਖੀ ਤੇ ਕਰੜੀ ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ, ਜਦੋਂ ਔਖੀ ਪ੍ਰੀਖਿਆ ਹੋਈ ਨਾ ਕਰੜੀ, ਤੇ ਕਹਿੰਦੇ ਨੇ ਕਿ ਭਾਈ ਲਹਿਣਾ ਜੀ ਨੂੰ ਕਿਹਾ ਵੀ ਆ ਮੁਰਦਾ ਖਾਣਾ ਹੈ। ਭਾਈ ਲਹਿਣਾ ਜੀ ਨੇ ਕਿਹਾ ਪਾਤਸ਼ਾਹ ਹੁਕਮ ਕਰੋ, ਵੀ ਮੈਂ ਕਿੱਧਰੋਂ ਖਾਵਾਂ, ਪੈਰਾਂ ਵਾਲੇ ਪਾਸੋਂ ਸਿਰ ਵਾਲੇ ਪਾਸੋਂ। ਸੋ ਪਾਤਸ਼ਾਹ ਜੀ ਉਸ ਪ੍ਰੀਖਿਆ ਵਿੱਚ ਪਾਸ ਹੋ ਗਏ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਚਾਦਰ ਚੁੱਕ ਕੇ ਵੇਖਿਆ ਤੇ ਥੱਲੇ ਕੜਾ ਪ੍ਰਸਾਦ ਸੀਗਾ। ਸੋ ਇਹ ਇਤਿਹਾਸਕ ਸਾਖੀਆਂ ਬਹੁਤ ਸਾਰੀਆਂ ਸਾਨੂੰ ਮਿਲਦੀਆਂ, ਜਨਮ ਸਾਖੀਆਂ ਦੇ ਵਿੱਚ ਹੋਰ ਥਾਵਾਂ ਤੇ ਜ਼ਿਕਰ ਮਿਲਦਾ ਹੈਗਾ ਕਿ ਕੜਾ ਪ੍ਰਸਾਦ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋ ਗਿਆ ਸੀਗਾ, ਆਰੰਭਤਾ ਹੋ ਗਈ ਸੀਗੀ। ਤੇ ਕੜਾ ਪ੍ਰਸਾਦ ਦੀ ਮਰਿਆਦਾ ਦੇ ਬਾਰੇ, ਬਣਾਉਣ ਬਾਰੇ ਜੋ ਲਿਖਿਆ ਐੜੇ ਭਾਗ ਵਿੱਚ ਲਿਖਿਆ ਹੈਗਾ ਕਿ ਕੜਾ ਪ੍ਰਸਾਦ ਤਿਆਰ ਕਰਨ ਦੀ ਵਿਧੀ ਇਹ ਹੈ, ਸਵੱਛ ਭਾਂਡੇ ਵਿੱਚ ਤਿਰਭਾਵਲੀ 3 ਵਸਤੂਆਂ, ਆਟਾ, ਉੱਤਮ ਮਿੱਠਾ ਤੇ ਘਿਓ ਇੱਕੋ ਜਿਹਾ ਪਾ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਏ। ਮੈਂ ਉਹਨੇ ਗੱਲ ਕਹੀ ਸੀ, ਇਹ ਚੀਜ਼ਾਂ ਤੇ ਸਾਰਿਆਂ ਦੇ ਘਰ ਨੇ, ਪਰ ਸ਼ਰਤ ਇਹ ਹੈ ਕਿ ਗੁਰਬਾਣੀ ਪੜ੍ਹ ਕੇ ਤਿਆਰ ਕੀਤਾ ਜਾਏ। ਭਾਵੇਂ ਤੁਸੀਂ ਆਪਣੇ ਘਰ ਕਰ ਰਹੇ ਹੋ, ਗੁਰਦੁਆਰਾ ਸਾਹਿਬ ਕਰ ਰਹੇ ਹੋ, ਇੱਥੇ ਕੋਈ ਬਾਣੀ ਦਾ ਖਾਸ ਨਾਂ ਨਹੀਂ ਲਿਖਿਆ ਹੈ ਕਿ ਜਪਜੀ ਸਾਹਿਬ ਹੀ ਕਰਨਾ ਹੈਗਾ, ਕੋਈ ਵੀ ਬਾਣੀ ਤੁਸੀਂ ਪੜ੍ਹ ਸਕਦੇ ਹੋ। ਕੋਈ ਸ਼ਬਦ ਜਵਾਨੀ ਯਾਦ ਕੀਤੇ ਹੋਏ ਨੇ, ਸ਼ਬਦ ਪੜ੍ਹ ਸਕਦੇ ਹੈਗੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵੀ ਬਾਣੀ, ਕਿਸੇ ਵੀ ਬਾਣੀ ਦਾ ਤੁਸੀਂ ਪਾਠ ਜਿਹੜਾ ਹੈ ਉਹ ਕਰਨਾ ਹੈਗਾ। ਬਹੁਤ ਸਾਰੇ ਵੀਰਾਂ ਤੇ ਭੈਣਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ। ਬਹੁਤ ਸਾਰੀਆਂ ਮਾਤਾਵਾਂ ਭੈਣਾਂ ਮੇਰੀਆਂ ਤਿਆਰ ਕਰਦੀਆਂ ਨੇ ਪ੍ਰਸਾਦ, ਪਰ ਉਹ ਬਾਣੀ ਨਾਲ ਨਹੀਂ ਪੜ੍ਹਦੀਆਂ। ਸੋ ਅੱਜ ਤੋਂ ਚੇਤੇ ਰਹੇ ਵੀ ਰਹਿਤ ਮਰਿਆਦਾ 'ਚ ਲਿਖਿਆ ਹੈਗਾ ਕਿ ਬਾਣੀ ਪੜ੍ਹਨੀ ਹੈ, ਕੋਈ ਨਾ ਕੋਈ ਸ਼ਬਦ ਜ਼ਰੂਰ ਪੜ੍ਹਨਾ ਹੈਗਾ ਜਦੋਂ ਕੜਾ ਪ੍ਰਸਾਦ ਤਿਆਰ ਕਰਨਾ ਹੈਗਾ। ਤੇ ਫਿਰ ਸਵੱਛ ਬਸਤਰ ਨਾਲ ਢੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਵੱਛ ਚੌਕੀ ਉੱਪਰ ਰੱਖਿਆ ਜਾਏ। ਇੱਕ ਤੇ ਕੜਾ ਪ੍ਰਸਾਦ ਢੱਕ ਕੇ ਮਹਾਰਾਜ ਦੀ ਹਜ਼ੂਰੀ 'ਚ ਜਾਣਾ ਚਾਹੀਦਾ ਹੈ। ਦੂਜੀ ਗੱਲ ਕਿ ਇਹ ਚੇਤੇ ਰਹੇ ਕੜਾ ਪ੍ਰਸਾਦ ਹੇਠਾਂ ਨਹੀਂ ਰੱਖਣਾ, ਸਾਫ਼ ਸੁਥਰੀ ਚੌਕੀ ਦੇ ਉੱਤੇ ਰੱਖਣਾ ਹੈਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਵਿੱਚ ਸੁਣਾ ਕੇ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਰਲੀ 1 ਪੌੜੀ ਦਾ ਪਾਠ ਕੀਤਾ ਜਾਵੇ ਤੇ ਅਰਦਾਸਾ ਸੋਧਿਆ ਜਾਏ ਤੇ ਪ੍ਰਵਾਨਗੀ ਲਈ ਕਿਰਪਾਨ ਭੇਟ ਹੋਵੇ। ਠੀਕ ਹੈ, ਪ੍ਰਵਾਨਗੀ ਲੈਣੀ ਹੈ ਗੁਰੂ ਪਾਤਸ਼ਾਹ ਜੀ ਤੋਂ ਕਿਰਪਾਨ ਭੇਟਾ ਕਰਨ ਦੀ। ਇਹਦੇ ਵਿੱਚ ਰਹਿਤ ਮਰਿਆਦਾ ਵਿੱਚ ਇੱਕ ਫੁੱਟ ਨੋਟ ਵੀ ਦਿੱਤਾ ਹੋਇਆ ਹੈ, ਉਹ ਇਹ ਹੈ ਕਿ ਜੇ ਆਨੰਦ ਸਾਹਿਬ ਹੋ ਚੁੱਕਿਆ ਹੋਵੇ ਤੇ ਕੜਾ ਪ੍ਰਸਾਦ 1-2 ਮਿੰਟ 2-4 ਮਿੰਟ ਲੇਟ ਹੋ ਜਾਏ ਆਉਣ ਵਿੱਚ, ਤਾਂ ਫਿਰ ਦੁਬਾਰਾ ਆਨੰਦ ਸਾਹਿਬ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ, ਆਨੰਦ ਸਾਹਿਬ ਪਹਿਲਾਂ ਹੋ ਗਿਆ ਤੇ ਦੁਬਾਰਾ ਫਿਰ ਕੜਾ ਪ੍ਰਸਾਦ ਆਇਆ ਤੇ ਕਿਰਪਾਨ ਭੇਟਾ ਕਰਨੀ ਹੀ ਕਾਫੀ ਹੈ। ਜਿਵੇਂ ਮੈਂ ਹਵਾਲਾ ਦਿਆਂਗਾ ਇਤਿਹਾਸਿਕ ਗੁਰਦੁਆਰਿਆਂ ਦਾ। ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਮੰਨ ਲਓ ਕਿ ਸਵੇਰ ਦੇ ਅਰਦਾਸ ਹੋਈ ਹੈਗੀ ਹੈ ਤੇ ਬਿਲਾਵਲ ਦੀ ਚੌਂਕੀ ਦੀ ਅਰਦਾਸ ਹੋ ਗਈ ਹੈਗੀ ਹੈ,
ਆਨੰਦ ਸਾਹਿਬ ਹੋ ਗਿਆ, ਅਰਦਾਸ ਹੋ ਗਈ, ਵਾਕ ਹੋ ਗਿਆ, ਕੜਾ ਪ੍ਰਸਾਦ ਵਰਤਾਇਆ ਜਾਏ, ਫਿਰ ਕੋਈ ਪ੍ਰੇਮੀ ਆਪਣੀ ਦੇਗ ਕਰਾਉਣ ਵਾਸਤੇ ਆ ਗਿਆ ਹੈਗਾ, ਤੇ ਹੁਣ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜਨ ਦੀ ਲੋੜ ਨਹੀਂ। ਫਿਰ ਉੱਥੇ ਸਿੰਘ ਸਾਹਿਬ ਕੀ ਕਰਦੇ ਨੇ, ਜੋ ਸੇਵਾਦਾਰ ਹੁੰਦੇ ਨੇ, ਉਹ ਫਿਰ ਕਿਰਪਾਨ ਭੇਟਾ ਕਰਕੇ ਉਸ ਪ੍ਰਸਾਦ ਨੂੰ ਪ੍ਰਵਾਨ ਕਰਕੇ ਤੇ ਵਰਤਾ ਦਿੰਦੇ ਨੇ। ਠੀਕ ਹੈ, ਨੰਬਰ 1। ਨੰਬਰ 2, ਇਹ ਇੱਥੇ ਹੈਗੀ ਹੈ ਕੜਾ ਪ੍ਰਸਾਦ ਦੀ ਪ੍ਰਵਾਨਗੀ ਲਈ ਜਾਏ। ਕਈ ਸ਼ਬਦ ਅਰਦਾਸੀਏ ਸਿੰਘ ਵੀ ਨੇ ਇਹਦੇ ਵਿੱਚ ਸ਼ਬਦ ਵਰਤ ਲੈਂਦੇ ਨੇ, ਆਪ ਜੀ ਨੂੰ ਭੋਗ ਲੱਗੇ। ਗੁਰੂ ਗ੍ਰੰਥ ਸਾਹਿਬ ਜੀ ਭੋਗਦੇ ਨਹੀਂ ਹੈ। ਭੋਗੰ ਤਾਰੋਗੰ, ਜਿਹੜੀ ਕਾਇਆ ਭੋਗਦੀ ਹੈ, ਪਦਾਰਥਾਂ ਨੂੰ ਛਕਦੀ ਹੈ, ਉਹ ਕਾਇਆ ਰੋਗੀ ਹੁੰਦੀ ਹੈ। ਜੋ ਪਦਾਰਥ ਤੁਸੀਂ ਛਕਣਾ, ਭੋਗੰ ਤਾਰੋਗੰ ਗੁਰਬਾਣੀ ਦੇ ਵਾਕ ਹੈਗਾ। ਇੱਥੇ ਪ੍ਰਵਾਨ ਕੀ ਹੈ ਕਿ ਅਰਦਾਸੀਏ ਸ਼ਬਦ ਨੇ ਬਤਨਾ ਵੀ ਪਾਤਸ਼ਾਹ ਜੀ ਪੰਚਮ ਕੜਾ ਪ੍ਰਸਾਦ ਦੀ ਦੇਗ ਆਪ ਜੀ ਦੇ ਹਜ਼ੂਰ ਹਾਜ਼ਰ ਹੈ, ਆਪ ਜੀ ਨੂੰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਹੁਣ ਦੂਜੀ ਗੱਲ ਇਹ ਹੈ ਕਿ ਜਿਸ ਵੇਲੇ ਇਹ ਸ਼ਬਦ ਵਰਤ ਰਿਹਾ ਹੁੰਦਾ ਅਰਦਾਸੀਆ ਸਿੰਘ, ਕਈ ਗੁਰਦੁਆਰਿਆਂ ਵਿੱਚ ਆਪ ਜੀ ਨੇ ਧਿਆਨ ਦਿੱਤਾ ਹੋਣਾ, ਇੱਕਦਮ ਸੇਵਾਦਾਰ ਭੱਜ ਕੇ ਜਾਂਦਾ, ਹਜੇ ਸ਼ਬਦ ਮੂੰਹੋਂ ਹੁੰਦੇ ਨੇ ਕੱਢੇ ਹੋਏ, ਉਹ ਇੱਕਦਮ ਪ੍ਰਸਾਦ ਦੇ ਵਿੱਚ ਕਿਰਪਾਨ ਭੇਟਾ ਕਰਦੇ ਨੇ। ਪਰ ਕਈ ਗੁਰਦੁਆਰਿਆਂ ਵਿੱਚ ਕੀ ਹੁੰਦਾ, ਅਰਦਾਸ ਦੀ ਸਮਾਪਤੀ ਹੋ ਗਈ, ਜੈਕਾਰਾ ਸਾਹਿਬ ਹੋ ਗਿਆ, ਫਿਰ ਸਾਰੀ ਸੰਗਤ ਬਹਿ ਜਾਂਦੀ ਹੈ, ਫਿਰ ਵਾਕ ਲਿਆ ਜਾਂਦਾ ਹੈ, ਹੁਕਮਨਾਮਾ ਹੁੰਦਾ ਹੈ, ਉਸ ਤੋਂ ਬਾਅਦ ਫਿਰ ਕਿਰਪਾਨ ਭੇਟ ਕੀਤੀ ਜਾਂਦੀ ਹੈ, ਫਿਰ ਪ੍ਰਸਾਦ ਅੱਗੇ ਵਰਤਾਉਣ ਦੀ ਮਰਿਆਦਾ ਹੈਗੀ ਹੈ ਕਿ 5 ਪਿਆਰਿਆਂ ਦਾ ਗੱਫਾ ਕੱਢਣਾ ਹੈ, ਫਿਰ ਕੋਲੇ ਵਿੱਚ ਪਾ ਕੇ ਮਹਾਰਾਜ ਦੀ ਤਾਬਿਆਂ ਰੱਖਣਾ ਹੈ, ਤੇ ਉਹ ਗ੍ਰੰਥੀ ਸਿੰਘ ਜੋ ਮਹਾਰਾਜ ਦੀ ਤਾਬਿਆਂ ਵਿੱਚ ਹੈ, ਗੁਰੂ ਕਾ ਵਜ਼ੀਰ, ਉਹ ਵੇਲਾ ਹੋ ਕੇ ਆਰਾਮ ਨਾਲ ਪ੍ਰਸਾਦ ਛਕ ਸਕੇ। ਸੋ ਇਹ ਇਸ ਦੇਖਣ ਵਿੱਚ ਆਉਂਦਾ ਹੈਗਾ ਕਿ ਬਹੁਤ ਸਾਰੇ ਲੋਕ ਉਸੇ ਵੇਲੇ, ਜਿਸ ਵੇਲੇ ਅਰਦਾਸ ਹੋ ਰਹੀ ਹੁੰਦੀ ਹੈ, ਫਟਾਫਟ ਜਿਹੜਾ ਹੈ ਉਹ ਕਿਰਪਾਨ ਭੇਟ ਕਰਦੇ ਨੇ। ਐਸਾ ਕਰਨ ਨਾਲ ਸੰਗਤ ਦਾ ਧਿਆਨ ਸਾਰਾ ਅਰਦਾਸ ਤੋਂ ਖਿੰਡ ਜਾਂਦਾ ਹੈਗਾ। ਸੋ ਐਸਾ ਨਹੀਂ ਕਰਨਾ ਹੈਗਾ। ਅਰਦਾਸ ਹੋਣ ਤੋਂ ਬਾਅਦ, ਵਾਕ ਹੋਣ ਤੋਂ ਬਾਅਦ ਫਿਰ ਸਾਨੂੰ ਕਿਰਪਾਨ ਭੇਟ ਜਿਹੜਾ ਹੈ ਕਰਨੀ ਚਾਹੀਦੀ ਪ੍ਰਵਾਨਗੀ ਵਾਸਤੇ, ਤਾਂ ਕਿ ਸੁਰਤ ਦੀ ਇਕਾਗਰਤਾ ਜਿਹੜੀ ਹੈ ਉਹ ਬਣੀ ਰਹੇ। ਤੇ ਇੱਥੇ ਤੁਸੀਂ ਵੇਖੋ ਕੜਾ ਪ੍ਰਸਾਦ ਨੂੰ ਭਾਈ ਗੁਰਦਾਸ ਜੀ ਨੇ ਪੰਚਾਮ੍ਰਿਤ ਵੀ ਲਿਖਿਆ ਹੈਗਾ। ਦੇਖੋ ਨਾ ਜੀ, ਇੱਕ ਇਹਦੇ ਵਿੱਚ ਜਿੱਥੇ ਆਟਾ ਹੋ ਗਿਆ, ਜਿੱਥੇ ਮਿੱਠਾ ਹੋ ਗਿਆ, ਖੰਡ ਹੋ ਗਈ, ਜਿੱਥੇ ਘਿਓ ਹੋ ਗਿਆ, ਉੱਥੇ ਜਲ ਵੀ ਹੋ ਗਿਆ, ਤੇ ਉੱਥੇ ਬਾਣੀ ਵੀ ਹੋ ਗਈ। ਫਿਰ ਤੇ 5 ਚੀਜ਼ਾਂ ਹੋ ਗਈਆਂ ਨਾ ਜੀ। ਜਿਵੇਂ ਆਪਾਂ 5 ਵਸਤੂਆਂ ਦੇ ਨਾਲ 5 ਚੀਜ਼ਾਂ ਨਾਲ ਅੰਮ੍ਰਿਤ ਤਿਆਰ ਹੁੰਦਾ, ਇਸੇ ਤਰ੍ਹਾਂ ਜਿਹੜਾ ਹੈ ਕੜਾ ਪ੍ਰਸਾਦ ਵਿੱਚ ਵੀ 5 ਚੀਜ਼ਾਂ ਹੋ ਗਈਆਂ। ਜਲ ਤੇ ਗੁਰਬਾਣੀ ਨੂੰ ਅਸੀਂ ਮਿਲਾ ਲਈਏ ਤਾਂ ਇਹਨੂੰ ਪੰਚਾਮ੍ਰਿਤ ਵੀ ਲਿਖਿਆ ਹੋਇਆ। ਭਾਈ ਗੁਰਦਾਸ ਜੀ ਨੇ ਲਿਖਿਆ, ਖਾਂਡ ਘਰਤ ਚੂਨ ਜਲ ਪਾਵਕ ਇਕਤਰ ਭਏ, ਪੰਚ ਮਿਲ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ। ਕਹਿੰਦੇ ਫਿਰ ਪੰਚਾਮ੍ਰਿਤ ਬਣ ਗਿਆ ਹੈਗਾ। ਤੇ ਅੱਗੇ ਪੁਆਇੰਟ ਲਿਖਿਆ ਹੋਇਆ ਹੈ ਕਿ ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾ ਪ੍ਰਸਾਦ ਵਿੱਚੋਂ 5 ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਏ। ਉਪਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ ਪਹਿਲਾਂ ਤਾਬੇ ਬੈਠੇ ਸਿੰਘ ਨੂੰ ਕਟੋਰੇ ਜਾਂ ਕੋਲੇ ਵਿੱਚ ਪਾ ਕੇ ਦੇਵੇ, ਤੇ ਫਿਰ ਬਾਕੀ ਸੰਗਤ ਵਿੱਚ ਵਰਤਾਏ। ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ ਊਚ ਜਾਤ ਵਾਲੇ ਨੂੰ ਇੱਕੋ ਜਿਹਾ ਵਰਤਾਇਆ ਜਾਏ। ਕੜਾ ਪ੍ਰਸਾਦ ਵਰਤਾਉਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ ਪਾਤ ਛੂਤ ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ। 5 ਪਿਆਰਿਆਂ ਦਾ ਗੱਫਾ, ਕਈ ਵਾਰ ਅਸੀਂ ਪੁੱਛ ਲੈਨੇ ਜੀ ਕਿਉਂ ਕੱਢਦੇ ਆ, ਕੀ ਇਹਦਾ ਪਿਛੋਕੜ ਹੈਗਾ, ਉਹ ਮੈਂ 1-2 ਮਿੰਟ ਸੰਗਤ ਨੂੰ ਦੱਸ ਦੇਣਾ ਚਾਹੁੰਦਾ। ਇਸ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ 5 ਪਿਆਰਿਆਂ ਨੂੰ ਗੱਫਾ ਦੇਣ ਦੀ ਪਰੰਪਰਾ 10ਵੇਂ ਪਾਤਸ਼ਾਹ ਸਮੇਂ ਸ਼ੁਰੂ ਹੋਈ, ਜਿਹੜੀ ਅੱਜ ਤੱਕ ਜਾਰੀ ਹੈ। 5 ਪਿਆਰੇ ਗੁਰੂ ਪੰਥ ਦਾ ਪ੍ਰਤੀਨਿਧ ਰੂਪ ਹਨ, ਗੁਰੂ ਪੰਥ ਦੀ ਅਗਵਾਈ ਕਰਦੇ ਨੇ। 1699 ਈਸਵੀ ਦੀ ਵਿਸਾਖੀ ਨੂੰ ਸਿੰਘ ਸਜਾਉਣ, ਅੰਮ੍ਰਿਤ ਛਕਾਉਣ ਦਾ ਅਧਿਕਾਰ ਸਦਾ ਲਈ 5 ਨੂੰ ਸੌਂਪਣਾ, ਅਸਲ ਵਿੱਚ ਗੁਰੂ ਦੇ ਸਰੀਰਕ ਕਰਤੱਵ ਦਾ ਅਧਿਕਾਰ 5 ਨੂੰ ਸੌਂਪਣਾ ਸੀ। ਇਸ ਮਹੱਤਵ ਨੂੰ ਦ੍ਰਿੜ ਕਰਾਉਂਦੇ ਰਹਿਣ ਦੇ ਯਤਨ ਵਜੋਂ ਹੀ ਸਦਾ ਲਈ ਪ੍ਰਸਾਦ ਵਰਤਾਉਣ ਤੋਂ ਪਹਿਲਾਂ 5 ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਉਣ ਦਾ ਨਿਯਮ ਪੰਥ ਨੇ ਅਪਣਾ ਲਿਆ।
ਪੰਜਾਂ ਪਿਆਰਿਆਂ ਦਾ ਗੱਫਾ ਵਰਤਾਉਣ ਉਪਰੰਤ ਗੁਰੂ ਸਾਹਿਬ ਦੀ ਤਾਬਿਆਂ ਬੈਠੇ ਲਈ ਬਰਾਬਰ ਵਰਤਾਰਾ ਕੋਲ ਜਾਂ ਕਟੋਰੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈਗਾ। ਤਾਬਿਆਂ ਬੈਠੇ ਸਿੰਘ ਕੋਲ ਉਸ ਦਾ ਵਰਤਾਰਾ ਰੱਖਣਾ ਗੁਰੂ ਸਾਹਿਬ ਨੂੰ ਭੋਗ ਲਾਉਣ ਵਾਲੀ ਕਿਰਿਆ ਨਹੀਂ ਹੈ। ਧਿਆਨ ਕਰਨ ਦੀ ਜ਼ਰੂਰਤ ਹੈ ਕਿ ਅਜਿਹਾ ਕਰਨਾ ਹੋਵੇ ਤਾਂ ਪ੍ਰਸਾਦ ਪਰੋਸ ਗੁਰੂ ਸਾਹਿਬ ਦੇ ਸਨਮੁਖ ਰੱਖਣਾ ਯੋਗ ਹੈ, ਨਾ ਕਿ ਉਹਨਾਂ ਦੀ ਮੰਜੀ ਸਾਹਿਬ ਦੇ ਥੱਲੇ ਰੱਖਣਾ। ਕਈ ਵਾਰ ਸੋਚਦੇ ਵੀ ਇਹ ਗੁਰੂ ਸਾਹਿਬ ਵਾਸਤੇ ਹੈਗਾ, ਪਰ ਇਹ ਤੇ ਗ੍ਰੰਥੀ ਸਿੰਘ ਵਾਸਤੇ ਹੈਗਾ ਜਿਹੜਾ ਵਿਹਲਾ ਹੋ ਕੇ ਪ੍ਰਸਾਦ ਸਕੇ। ਸੋ ਇਹ ਸਾਨੂੰ ਜਿਹੜਾ ਹੈ ਭਾਈ ਨੰਦ ਲਾਲ ਜੀ ਨੇ ਵੀ ਜ਼ਿਕਰ ਕੀਤਾ ਹੈਗਾ ਕਿ ਸੰਗਤ ਵਿੱਚ ਵਰਤਾਉਣ ਲੱਗਿਆਂ ਕਿਸੇ ਦੀ ਪਦਵੀ ਪਦਾਰਥ ਆਪਣਾ ਜਾਂ ਪਰਾਇਆ ਜਾਣਦਿਆਂ ਵਿਤਕਰਾ ਕਰਨਾ ਅਪੁੱਲ ਹੈਗੀ ਹੈ, ਕਿ ਇਹ ਕੋਈ ਉੱਚੀ ਪਦਵੀ ਦਾ ਮਾਲਕ ਹੈ ਜਾਂ ਉੱਚ ਜਾਤੀ ਹੈਗਾ ਜਾਂ ਛੋਟੀ ਜਾਤ, ਇਹਨੂੰ ਥੋੜਾ ਦੇ ਦਿੱਤਾ ਇਹਨੂੰ ਘੱਟ ਦੇ ਦਿੱਤਾ, ਨਹੀਂ। ਜੋ ਪ੍ਰਸਾਦ ਉਹ ਬਾਟੈ ਮਨ ਮੈਂ ਧਾਰੇ ਲੋਭ, ਜੇ ਪ੍ਰਸਾਦ ਵੰਡਣ ਵਾਲਾ ਮਨ ਵਿੱਚ ਲੋਭ ਧਾਰ ਲੈ ਨਾ, ਕਿਸੇ ਥੋੜਾ ਕਿਸੇ ਅਗਲਾ ਬਹੁਤਾ, ਅਗਲੇ ਦਾ ਅਰਥ ਹੈ ਸਦਾ ਰਹੇ ਤਿਸ ਸੋ, ਕਹਿਣਗੇ ਭਾਈ ਉਹ ਖੁਸ਼ ਨਹੀਂ ਰਹਿ ਸਕਦਾ। ਇਸ ਕਰਕੇ ਬਿਨਾਂ ਵਿਤਕਰੇ, ਕਿਉਂਕਿ ਉਹਦੇ ਮਨ 'ਚ ਆਪਣੇ ਆਪ ਹੀ ਵਹਿਮ ਭਰਮ ਵੜ ਜਾਣੇ ਹੈਗੇ ਕਿ ਮੈਂ ਉਹਨੂੰ ਜ਼ਿਆਦਾ ਦੇ ਦਿੱਤਾ ਜੀ, ਮੈਂ ਉਹਨੂੰ ਘੱਟ ਦਿੱਤਾ, ਵੇਖਾ ਮੇਰਾ ਇਹ, ਇਸ ਤਰ੍ਹਾਂ ਨਹੀਂ ਕਰਨਾ ਹੈ। ਔਰ ਕੜਾ ਪ੍ਰਸਾਦ ਲੈਣ ਲੱਗਿਆਂ ਤੇ ਦੇਣ ਲੱਗਿਆਂ ਕਾਲੀ ਵੀ ਨਹੀਂ ਕਰਨੀ, ਬੜੇ ਪ੍ਰੇਮ ਨਾਲ ਸਾਨੂੰ ਵਰਤਾਉਣਾ ਚਾਹੀਦਾ ਹੈਗਾ। ਇਹ ਦੋਵੇਂ ਹੱਥਾਂ ਨਾਲ ਕੜਾ ਪ੍ਰਸਾਦ ਲੈਣਾ ਚਾਹੀਦਾ। ਕਈ ਵਾਰ ਕੀ ਹੁੰਦਾ, ਇਹ ਬੜੀਆਂ ਛੋਟੀਆਂ ਗੱਲਾਂ ਹੈਗੀਆਂ ਕਿ ਅਸੀਂ ਵੀ ਸਨਾਤਨ ਧਰਮ ਦੀ ਤਰ੍ਹਾਂ ਇਸ ਤਰ੍ਹਾਂ ਕਰਕੇ ਪ੍ਰਸਾਦ ਲੈਂਦੇ ਹਾਂ, ਇੱਕ ਹੱਥ ਨਾਲ, ਕਈ ਵਾਰ ਇੱਕ ਹੱਥ ਨਾਲ ਕਰ ਲੈਂਦੇ ਹੈਗੇ ਆ। ਕਈ ਵਾਰ ਬੰਦਾ ਐ ਸਿਰ ਤੇ ਹੱਥ ਰੱਖਦਾ, ਛੋਟੀਆਂ ਗੱਲਾਂ, ਅੱਗੇ ਹੱਥ ਕਰੇਗਾ ਫਿਰ ਇਸ ਤਰ੍ਹਾਂ ਸਿਰ, ਨਹੀਂ, ਦੋਵੇਂ ਜਿਹੜਾ ਬੁੱਕ ਇਸ ਤਰ੍ਹਾਂ ਕਰਕੇ ਫਿਰ ਪ੍ਰੇਮ ਨਾਲ ਪ੍ਰਸਾਦ ਸਾਨੂੰ ਲੈਣਾ ਚਾਹੀਦਾ ਹੈਗਾ। ਕੜਾ ਪ੍ਰਸਾਦ ਭੇਟ ਕਰਨ ਵੇਲੇ ਘੱਟ ਤੋਂ ਘੱਟ 1 ਟਕਾ ਨਗਦ ਅਰਦਾਸ ਵੀ ਹੋਵੇ। ਸੋ ਇਹ ਬੜਾ ਜ਼ਰੂਰੀ ਹੈਗਾ, ਬਹੁਤ ਸਾਰੀਆਂ ਸੰਗਤਾਂ ਨੂੰ ਨਹੀਂ ਪਤਾ ਹੈਗਾ ਕਿ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਇਸ ਨਿਯਮ ਦਾ ਭਾਵ ਹੈ ਕਿ ਪ੍ਰਸਾਦ ਭੇਟ ਕਰਨ ਦੇ ਨਾਲ ਹੋਰ ਪੰਥਕ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਯਥਾ ਸ਼ਕਤ ਮਾਇਆ ਵੀ ਅਰਪਣ ਕਰਨੀ ਚਾਹੀਏ। ਠੀਕ ਹੈ। ਸੋ ਇਹ ਕੜਾ ਪ੍ਰਸਾਦ ਦੇ ਬਾਰੇ ਜਿਹੜਾ ਹੈ ਉਹ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈਗਾ। ਮੈਂ ਬੇਨਤੀ ਕਰਦੇ ਹਾਂ ਕਿ ਕਈ ਵਾਰ ਸਾਡੇ ਗੁਰੂ ਘਰਾਂ ਵਿੱਚ ਵੇਖਣ ਨੂੰ ਮਿਲਦਾ ਹੈਗਾ ਕਿ ਅਸੀਂ ਕੜਾ ਪ੍ਰਸਾਦ ਦੀ ਥਾਂ ਤੇ ਸਮੋਸੇ, ਜਲੇਬੀਆਂ, ਬ੍ਰੈਡ ਪਕੌੜੇ, ਹੋਰ ਪਤਾ ਨਹੀਂ ਕੀ ਕੁਝ ਅਸੀਂ ਲੈ ਕੇ ਆਉਂਦੇ। ਵੇਖੋ, ਲੰਗਰ ਵਿੱਚ ਇਹ ਚੀਜ਼ਾਂ ਵਰਤਾਈਆਂ ਜਾ ਸਕਦੀਆਂ, ਮੁਬਾਰਕ ਹੈ, ਤੁਸੀਂ ਲੰਗਰ ਵਿੱਚ ਇਹਨਾਂ ਨੂੰ ਵਰਤਾਓ। ਇਹਨਾਂ ਦੀ ਇਹ ਲੰਗਰ ਦੀ ਅਰਦਾਸ ਹੋ ਸਕਦੀ ਹੈ। ਕੇਵਲ ਗੱਲ ਜਿਹੜੀ ਹੈ ਉਹ ਕੜਾ ਪ੍ਰਸਾਦ ਵਰਤਾਉਣ ਪ੍ਰਵਾਨਗੀ ਦੀ ਹੈਗੀ ਹੈ। ਤੇ ਲੰਗਰ, ਜਦੋਂ ਲੰਗਰ ਵਿੱਚ ਕੋਈ ਵੀ ਜਿਹੜਾ ਪ੍ਰਸਾਦ ਹੈ ਤੁਸੀਂ ਵਰਤਾ ਰਹੇ ਹੋ ਲੰਗਰ ਰੂਪ ਦੇ ਵਿੱਚ, ਫਿਰ ਤੁਸੀਂ ਉਹਦੀ ਅਰਦਾਸ ਕਰ ਸਕਦੇ ਹੈਗੇ। ਤੇ ਜੇਕਰ ਕਈ ਥਾਵਾਂ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ, ਹੋਰ ਥਾਵਾਂ ਤੇ ਚੱਲ ਰਹੇ ਹੈ, ਤੇ ਅਸੀਂ ਸੋਚਦੇ ਹਾਂ ਨਹੀਂ ਜੀ ਇਹ ਬ੍ਰੈਡ ਪਕੌੜਿਆਂ ਦਾ ਪ੍ਰਸਾਦ ਹੈ। ਤੁਸੀਂ ਵੇਖੋ ਕਿ ਉਧਰ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੇ ਹੁੰਦੇ ਆ ਤੇ ਉਧਰ ਅਸੀਂ ਜਲੇਬੀਆਂ ਦੀ ਅਰਦਾਸ ਕਰਾ ਰਹੇ ਹੁੰਦੇ ਹਾਂ, ਜਲੇਬੀਆਂ ਵਰਤਾ ਰਹੇ ਹੁੰਦੇ। ਸੋ ਇਸ ਤਰ੍ਹਾਂ ਦੇ ਵਰਤਾਰੇ ਵੇਲੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਰੂ ਘਰ ਦੀ ਜੋ ਮਰਿਆਦਾ ਹੈ ਉਹਨੂੰ ਨਿਭਾਉਣੀ ਚਾਹੀਦੀ ਹੈਗੀ ਹੈ। ਤੇ ਬਹੁਤ ਸਾਰਿਆਂ ਦੇ ਭੈਣਾਂ ਦੇ ਸਵਾਲ ਵੀ ਆਉਂਦੇ ਨੇ, ਮਾਤਾਵਾਂ ਦੇ, ਬੀਬੀਆਂ ਦੇ ਸਵਾਲ ਆਉਂਦੇ ਨੇ ਕਿ ਇੱਕ ਖਾਸ ਪੀਰੀਅਡ ਦੇ ਵਿੱਚ ਜਿਹੜਾ ਸਾਨੂੰ ਪ੍ਰਸਾਦ ਬਣਾਉਣਾ ਚਾਹੀਦਾ ਹੈ ਕਿ ਨਹੀਂ ਬਣਾਉਣਾ ਚਾਹੀਦਾ। ਸੋ ਇਸ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਹੈ। ਗੁਰੂ ਘਰ ਦੇ ਵਿੱਚ ਕੋਈ ਸੂਤਕ ਪਾਤਕ ਨਹੀਂ ਮੰਨਿਆ ਗਿਆ ਹੈਗਾ। ਹਾਂ, ਇਹ ਹੈ ਕਿ ਤਨ ਦਾ ਸਾਫ਼ ਸੁਥਰਾ ਹੋਣਾ, ਇਸ਼ਨਾਨ ਪਾਣੀ ਇਤਿਆਦਿ ਕਰਕੇ ਫਿਰ ਅਸੀਂ ਜੋ ਗੁਰਮਰਿਆਦਾ ਅਨੁਸਾਰ ਦੱਸਿਆ ਗਿਆ ਹੈ ਕਿ ਗੁਰਬਾਣੀ ਦਾ ਪਾਠ ਕਰਕੇ ਸੁਥਰੇ ਵਸਤਰ ਪਾ ਕੇ ਫਿਰ ਸਾਨੂੰ ਜਿਹੜਾ ਹੈ ਉਹ ਕੜਾ ਪ੍ਰਸਾਦੀ ਦੇਗ ਤਿਆਰ ਕਰਨੀ ਚਾਹੀਦੀ ਹੈ। ਸੋ ਕਿਸੇ ਵੀ ਪ੍ਰਕਾਰ ਦਾ ਆਪਣੇ ਮਨ ਵਿੱਚ ਕੋਈ ਵਹਿਮ ਭਰਮ ਨਹੀਂ ਲੈ ਕੇ ਆਉਣਾ ਚਾਹੀਦਾ। ਸੋ ਜਿਹੜੀ ਵਿਧੀ ਅਨੁਸਾਰ ਤਿਆਰ ਕਰਕੇ ਦੇ ਲਿਆਂਦੀ ਜਾਏਗੀ ਜਾਂ ਵਰਤਾਈ ਜਾਏਗੀ ਉਹ ਪ੍ਰਵਾਨ ਹੋਏਗੀ। ਆਪ ਜੀ ਦੇ ਕਹਿਣ ਦਾ ਭਾਵ ਵੀਰ ਜੀ ਇਹ ਹੈ ਕਿ ਜੋ ਕੜਾ ਪ੍ਰਸ਼ਾਦ ਦੀ ਵਿਧੀ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਚੱਲਦੀ ਆ ਰਹੀ ਹੈ, ਤੇ ਜਿਹੜੀ ਲੰਗਰ ਪ੍ਰਸ਼ਾਦ ਅਸੀਂ ਕਹਿੰਦੇ ਆ ਉਹ ਵੀ ਜਿਹੜੀ ਵਿਧੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੇ ਉਸ ਟਾਈਮ ਤੋਂ ਚੱਲਦੀ ਆ ਰਹੀ ਹੈ, ਦੋਨੋਂ ਹੀ ਪੁਰਾਤਨ ਨੇ। ਤੇ ਜੋ ਲੰਗਰ ਪ੍ਰਸ਼ਾਦ ਹੈ, ਅਗਰ ਅਸੀਂ ਦੇਖਦੇ ਹਾਂ ਕਿ ਜਿੱਥੇ ਵੱਡੇ ਵੱਡੇ ਮਹਾਨਗਰਾਂ ਵਿੱਚ ਵੱਡੇ ਵੱਡੇ ਨਗਰ ਕੀਰਤਨ ਨਿਕਲਦੇ ਨੇ,
ਉੱਥੇ ਜਿੱਥੇ ਲੰਗਰ ਪ੍ਰਸ਼ਾਦ ਜ਼ਰੂਰੀ ਵੀ ਹੈ ਤੇ ਉੱਥੇ ਬੜੀ ਬੇਦਬੀ ਵੀ ਹੁੰਦੀ ਹੈ ਤੇ ਹਉਮੈ ਦਾ ਪ੍ਰਤੀਕ ਵੀ ਹੁੰਦਾ ਹੈ। ਸੰਗਤ ਵੱਡੇ ਵੱਡੇ ਸਟਾਲ ਲਗਾ ਕੇ ਕਈ ਵਾਰੀ ਉਹ ਮਤਲਬ ਬਹੁਤ ਜ਼ਿਆਦਾ ਉਹਦੀ ਵੇਸਟੇਜ ਹੁੰਦੀ ਹੈ। ਤੇ ਜੇ ਅਸੀਂ ਉਸ ਚੀਜ਼ ਦਾ ਧਿਆਨ ਰੱਖੀਏ, ਐਕਚੁਅਲੀ ਚ ਜੋ ਲੰਗਰ ਪ੍ਰਸ਼ਾਦ ਹੈ ਉਸ ਵੇਲੇ ਜਦੋਂ ਨਗਰ ਕੀਰਤਨ ਮਹਾਰਾਜ ਦੀ ਸਵਾਰੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਿਕਲ ਰਹੀ ਹੁੰਦੀ ਹੈ, ਤੇ ਜਿਹੜਾ ਲੰਗਰ ਪ੍ਰਸ਼ਾਦ ਹੈ ਉਹ ਅਸੀਂ ਖੁੱਲੇ ਸਥਾਨ ਤੇ ਰੱਖੀਏ ਤਾਂ ਕਿ ਭੀੜ ਭੜੱਕਾ ਨਾ ਹੋਏ, ਕੋਈ ਸਵਾਰੀ ਨਿਕਲਦੇ ਹੋਏ ਪਰੇਸ਼ਾਨੀ ਨਾ ਹੋਏ। ਕਈ ਵਾਰੀ ਦੇਖੀਦਾ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ, ਜਿੱਥੇ ਪਰੇਸ਼ਾਨੀ ਹੁੰਦੀ ਹੈ ਉੱਥੇ ਅਸੀਂ ਗੰਦ ਵੀ ਬੜਾ ਪਾਉਂਦੇ ਹਾਂ ਤੇ ਸਫਾਈਆਂ ਵੀ ਕਰਦੇ ਹਾਂ। ਤੇ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਨਗਰ ਕੀਰਤਨ ਵਿੱਚ ਅਸੀਂ ਲੰਗਰ ਲਗਾਉਂਦੇ ਹਾਂ, ਐਕਚੁਅਲੀ ਵਿੱਚ ਤੇ ਉਹ ਹੁੰਦਾ ਹੈ ਕਿ ਜਿਹੜੀ ਸੰਗਤ ਨਗਰ ਕੀਰਤਨ ਵਿੱਚ ਨਾਲ ਆਈ ਹੈ, ਦਰਸ਼ਨ ਦਿਦਾਰੇ ਕਰਨ ਆਈ ਹੈ, ਉਹਨੂੰ ਇੱਕ ਸਮਾਂ ਪਾ ਕੇ ਸਾਡੇ ਮਨੁੱਖ ਦਾ ਜੀਵਨ ਦੇ ਅੰਦਰ ਸਾਨੂੰ ਭੁੱਖ ਵੀ ਲੱਗਦੀ ਹੈ ਤੇ ਉਹ ਉਸ ਸੰਗਤ ਵਾਸਤੇ એનર્ਜੀ ਵਾਸਤੇ ਹੁੰਦਾ ਹੈ। ਪਰ ਅਸੀਂ ਦੇਖਦੇ ਹਾਂ ਜੀ, ਕਿ ਇਹ ਹਉਮੈ ਦਾ ਤੁਸੀਂ ਪ੍ਰਤੀਕ ਗੱਲ ਹੁੰਦਾ ਜਾ ਰਿਹਾ। ਇੱਕ ਕਹਿੰਦਾ ਮੈਂ ਇੰਨੇ ਹਾਂ ਘੰਟੇ ਚਲਾਇਆ, ਦੂਜਾ ਕਹਿੰਦਾ ਮੈਂ ਇੰਨੇ ਘੰਟੇ ਚਲਾਇਆ, ਮੈਂ ਐਤਕੀ ਜਲੇਬੀਆਂ ਲਗਾਈਆਂ, ਉਹ ਕਹਿੰਦਾ ਮੈਂ ਬ੍ਰੈਡ ਪਕੌੜੇ ਲਗਾਏ, ਉਹ ਕਹਿੰਦਾ ਮੈਂ ਉਹ ਲਗਾਇਆ। ਠੀਕ ਹੈ, ਜਿਹੜੀ ਸੰਗਤ ਦਰਸ਼ਨ ਦਿਦਾਰੇ ਕਰਨ ਆਈ ਹੈ, ਸ਼ਬਦ ਪੜ੍ਹ ਰਹੀ ਹੈ, ਕੋਈ ਸ਼ਬਦ ਸੁਣ ਰਹੀ ਹੈ, ਉਹਨਾਂ ਨੂੰ ਇੱਕ એનર્ਜੀ ਚਾਹੀਦੀ ਹੈ। ਪਰ ਜੇ ਅਸੀਂ ਥੋੜੀ ਥੋੜੀ ਗੈਪ ਵਿੱਚ ਲਗਾਈਏ, ਜਿੱਥੇ ਕਿ ਇਹ ਨਹੀਂ ਕਿ ਨਾਲ ਦੇ ਨਾਲ ਹੀ ਸਾਡੇ 40 ਸਟਾਲ ਲੱਗੇ ਹੁੰਦੇ ਨੇ, ਮੈਨੂੰ ਲੱਗਦਾ ਹੈ ਕਿ ਉਹ ਇੰਨੀ ਦੂਰੀ ਤੇ ਹੋਏ ਕਿ ਜਦੋਂ ਸੰਗਤ ਨੂੰ ਉਸਦੀ ਲੋੜ ਹੈ, ਉਸਦੀ ਲੋੜ ਅਨੁਸਾਰ ਉਹਨੂੰ ਅਗਰ ਨਿਯਤ ਕਰ ਦਿੱਤਾ ਜਾਏ ਤੇ ਇਹਦੇ ਨਾਲ ਜੋ ਕੌਮ ਹੈ ਉਸਦਾ ਪੈਸਾ ਵੀ ਬਹੁਤ ਬਚੇਗਾ, ਔਰ ਉਹੀ ਪੈਸਾ ਅਸੀਂ ਆਪਣੇ ਦੂਜੇ ਬੱਚਿਆਂ ਦੀ ਪੜ੍ਹਾਈਆਂ ਜਾਂ ਹੋਰ ਵੀ ਬੜੀ ਸਾਡੀ ਜ਼ਰੂਰਤਾਂ ਹੈਗੀਆਂ ਅਸੀਂ ਉੱਥੇ ਪੂਰਾ ਕਰ ਸਕਦੇ ਹਾਂ। ਬਿਲਕੁਲ, ਦੇਖੋ ਤੁਹਾਡੇ ਬਹੁਤ ਸੋਹਣੇ ਵਿਚਾਰ ਨੇ ਔਰ ਤੁਸੀਂ ਨਗਰ ਕੀਰਤਨ ਦੀ ਗੱਲ ਕਰ ਦਿੱਤੀ ਹੈਗੀ ਹੈ। ਸੋ ਮੈਂ ਬੇਨਤੀ ਕਰਾਂਗਾ ਜਿਹੜੇ ਵੀਰ ਭੈਣ ਸੁਣ ਰਹੇ ਨੇ ਇਸ ਚੈਨਲ ਦੇ ਮਾਧਿਅਮ ਰਾਹੀਂ ਵੀ, ਉਹ ਨਗਰ ਕੀਰਤਨ ਦਾ ਅਰਥ ਕੀ ਹੈ? ਨਗਰ ਕੀਰਤਨ ਦਾ ਅਰਥ ਹੈਗਾ ਕਿ ਨਗਰ ਦੇ ਵਿੱਚ ਕੀਰਤਨ ਕਰਦੇ ਜਾਣਾ। ਬੜਾ ਸਪਸ਼ਟ ਹੈ ਵੀ ਗੁਰਬਾਣੀ ਦਾ ਪ੍ਰਚਾਰ ਕਰਦੇ ਜਾਣਾ, ਆਪਣੀ ਪਾਤਸ਼ਾਹ ਜੀ ਦੇ ਗੁਰਪੁਰਬ ਦੇ ਵਾਲੇ ਦਿਨ ਪ੍ਰਭੂ ਦੀ ਉਸਤਤ ਕਰਨੀ, ਤਾਂ ਕਿ ਸਾਰੇ ਨਗਰ ਖੇੜੇ ਨੂੰ ਜਿਹੜਾ ਹੈ ਉਹ ਗੁਰਮਤ ਤੋਂ ਜਾਣੂ ਕਰਾਇਆ ਜਾ ਸਕੇ। ਨਗਰ ਕੀਰਤਨ ਦੀ ਮਹੱਤਤਾ ਤਾਂ ਇਹ ਹੈ ਵੀ ਸਾਰੇ ਨਗਰ ਦੇ ਵਿੱਚ ਕੀਰਤਨ ਕਰਦੇ ਜਾਣਾ, ਪ੍ਰਭੂ ਦੀ ਸਿਫਤ ਸਲਾਹ ਕਰਦੇ ਜਾਣਾ, ਅੱਖਰੀ ਅਰਥ ਜਿਹੜੇ ਹੈਗੇ। ਸੋ ਪਿਛਲੇ ਦਿਨਾਂ ਦੇ ਵਿੱਚ ਇਹ ਕੋਵਿਡ ਤੋਂ ਪਹਿਲਾਂ ਤੁਸੀਂ ਵੇਖੋ ਨਗਰ ਕੀਰਤਨਾਂ ਦਾ ਸਾਡਾ ਜਿਹੜਾ ਹੈਗਾ ਉਹ ਰੂਪ ਰੇਖਾ ਕੀ ਹੈ। ਕਿੰਨੇ ਸਾਰੇ ਬੈਂਡ ਬਾਜੇ ਵਾਲੇ, ਕਿੰਨਾ ਸਾਰਾ ਖੱਪ ਖਲਾਰਾ, ਮੈਂ ਕਹਿੰਦਾ ਵੀ ਹੱਦ ਹੋ ਜਾਂਦੀ। ਇਹ ਕੀਰਤਨ ਵਾਲੇ ਵਿੱਚ ਜਿਹੜੇ ਕਿ ਗੁਰੂ ਕੇ ਕੀਰਤਨੀਏ ਨੇ ਜਾਂ ਢਾਡੀ ਸਿੰਘ ਨੇ, ਉਹ ਵਿੱਚ ਕਿੰਨੇ ਹੁੰਦੇ ਨੇ? ਵੱਧ ਤੋਂ ਵੱਧ ਇੱਕ ਜੱਥਾ ਜਾਂ ਦੋ ਜੱਥੇ। ਔਰ ਉਸ ਤੋਂ ਬਾਅਦ ਇੰਨਾ ਲੰਮਾ ਨਗਰ ਕੀਰਤਨ ਵੀ ਅੱਗੇ ਵਾਲਿਆਂ ਨੂੰ ਪਿੱਛੇ ਵਾਲਿਆਂ ਦਾ ਪਤਾ ਹੀ ਨਹੀਂ ਹੈ। ਇਹ ਤਾਂ ਚਲੋ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਪਾਲਕੀ ਸਾਹਿਬ ਹੁਣ ਅੱਗੇ ਰੱਖਣੀ ਹੈ, ਪਹਿਲਾਂ ਪਾਲਕੀ ਸਾਹਿਬ ਪਿੱਛੇ ਰੱਖਦੇ ਸੀ ਤੇ ਪਾਲਕੀ 1 ਘੰਟੇ 2 ਘੰਟੇ ਬਾਅਦ ਆ ਰਹੀ ਹੈ ਤੇ ਨਗਰ ਕੀਰਤਨ ਪਹਿਲਾਂ ਨਿਕਲ ਜਾਂਦਾ ਸੀ, ਕੋਈ ਕਿਤੇ ਸੀ ਕੋਈ ਕਿਤੇ ਸੀ। ਸੋ ਇਹ ਤਰਤੀਬ ਨਹੀਂ ਹੈ ਨਗਰ ਕੀਰਤਨ ਦੀ। ਗੁਰੂ ਸਾਹਿਬ ਦੀ ਪਾਲਕੀ ਅੱਗੇ ਚੱਲੇ, ਪੰਜ ਪਿਆਰੇ ਅੱਗੇ ਚੱਲਣ, ਗੁਰੂ ਸਾਹਿਬ ਦੀ ਪਾਲਕੀ ਅੱਗੇ ਚੱਲੇ, ਫਿਰ ਕੀਰਤਨ ਕਰਦੇ ਜਾਣਾ। ਕੋਵਿਡ ਟਾਈਮ ਦੇ ਵਿੱਚ 1-2 ਨਗਰ ਕੀਰਤਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੇ ਗਏ ਨੇ ਤੇ ਸਿੰਘ ਸਭਾਵਾਂ ਵੱਲੋਂ ਵੀ ਕੋਸ਼ਿਸ਼ ਕੀਤੀ ਗਈ 1-2 ਥਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਅਸਲ ਮਾਇਨੇ 'ਚ ਤਾਂ ਮੈਂ ਬੇਨਤੀ ਕਰਾਂਗਾ ਵੀ ਜੋ ਕੋਵਿਡ ਟਾਈਮ ਭਾਵੇਂ ਅਸੀਂ ਪਰਹੇਜ਼ ਰੱਖ ਕੇ ਕੀਤਾ ਹੈਗਾ ਜਾਂ ਬਿਮਾਰੀ ਨੂੰ ਮੁੱਖ ਰੱਖ ਕੇ ਕੀਤਾ ਹੈ, ਪਰ ਅਸਲ ਨਗਰ ਕੀਰਤਨ ਤਾਂ ਇੰਝ ਹੀ ਕੱਢਣੇ ਚਾਹੀਦੇ। ਬੜੇ ਪਾਲਕੀ ਸਾਹਿਬ ਦੇ ਪਿੱਛੇ ਬੜੇ ਪਿਆਰ ਦੇ ਨਾਲ ਸੰਗਤ ਚੱਲੇ, ਬਾਣੀ ਪੜ੍ਹਦੀ ਚੱਲੇ ਤੇ ਥਾਂ ਥਾਂ ਤੇ ਬਹੁਤੇ ਸਟਾਲ ਨਾ ਲਾਏ ਜਾਣ। ਕਦੇ ਕੋਈ ਕਿਸੇ ਦਾ ਸਟਾਲ ਲਾ ਰਿਹਾ, ਕੋਈ ਟਿੱਕੀ ਦਾ, ਕੋਈ ਭੱਲੇ ਪਾਪੜੀ ਦਾ, ਕੋਈ ਸਮੋਸਿਆਂ ਦਾ, ਕੋਈ ਬ੍ਰੈਡਾਂ ਦਾ। ਭਈ ਇੱਕ ਥਾਂ ਨਿਯਤ ਕੀਤੀ ਜਾਏ, ਇੱਕ ਥਾਂ ਤੇ ਪੰਡਾਲ ਲਾਇਆ ਜਾਏ ਖੁੱਲਾ, ਸਾਰੀ ਸੰਗਤ ਉੱਥੇ ਪੜਾ ਕਰੇ, ਸਾਰੀ ਸੰਗਤ ਬੜੇ ਪ੍ਰੇਮ ਨਾਲ ਬਹਿ ਕੇ ਪ੍ਰਸ਼ਾਦਾ ਛਕੇ। ਉੱਥੋਂ ਜਿਹੜਾ ਹੈ ਪਾਲਕੀ ਸਾਹਿਬ ਜੀ ਨੂੰ ਰੋਕ ਦਿੱਤਾ ਜਾਏ, ਬੜੇ ਪਿਆਰ ਨਾਲ ਪੰਜ ਪਿਆਰੇ ਵੀ ਪ੍ਰਸ਼ਾਦਾ ਛਕਣ, ਬੜੇ ਆਰਾਮ ਦੇ ਨਾਲ ਪ੍ਰਸ਼ਾਦਾ ਛਕ ਕੇ। ਬੇਸ਼ੱਕ ਤੁਸੀਂ ਜਿੱਥੇ ਥਾਂ ਥਾਂ ਤੇ ਰੁਕਦੇ ਹੋ, ਅੱਧਾ ਘੰਟਾ 1 ਘੰਟਾ ਉੱਥੇ ਰੁਕ ਜਾਓ। ਇਲਾਕੇ ਦੀ ਸੰਗਤ ਨੂੰ, ਨਗਰ ਦੀ ਸੰਗਤ ਨੂੰ ਪਤਾ ਹੋਏਗਾ ਇੰਨੇ ਵਜੇ ਪੜਾ ਉੱਥੇ, ਉੱਥੋਂ ਫਿਰ ਤੁਸੀਂ ਅੱਗੇ ਚਲੋ, ਫਿਰ ਦੂਜਾ ਪੜਾ ਚਾਹ ਪਾਣੀ ਦਾ ਰੱਖ ਲਓ, ਫਿਰ ਜਾ ਕੇ ਉੱਥੋਂ ਤੀਜੇ ਥਾਂ ਤੇ ਰੱਖ ਲਓ ਪੜਾ। ਇਸ ਤਰ੍ਹਾਂ ਪੜਾ ਰੱਖਣੇ ਚਾਹੀਦੇ ਤੇ ਉਹਨਾਂ ਹੀ ਥਾਵਾਂ ਤੇ ਪ੍ਰਬੰਧ ਹੋਵੇ, ਥਾਂ ਥਾਂ ਤੇ ਰੋਕ ਕੇ ਪ੍ਰਬੰਧ ਨਾ ਹੋਵੇ। ਇੱਕ ਤਾਂ ਟ੍ਰੈਫਿਕ ਵਿਵਸਥਾ ਵਧੀਆ ਚੱਲੇਗੀ, ਕੋਈ ਲੋਕ ਤੰਗ ਨਹੀਂ ਹੋਣਗੇ। ਕਿਸੇ ਨੇ ਬੜੀ ਕਾਲ ਵਿੱਚ ਜਾਣਾ ਹੁੰਦਾ ਹੈ, ਐਂਬੂਲੈਂਸ ਨੂੰ ਰਸਤਾ ਚਾਹੀਦਾ ਹੁੰਦਾ ਹੈ, ਬੜੀਆਂ ਸਾਰੀਆਂ ਚੀਜ਼ਾਂ। ਸੋ ਸਾਡਾ ਸਿੱਖੀ ਤਾਂ ਨਵੇਂ ਯੁੱਗ ਦਾ ਧਰਮ,
ਸਿੱਖੀ ਤਾਂ ਸਾਨੂੰ ਜਿਹੜਾ ਹੈ ਮਨੁੱਖਤਾ ਦੀ ਸੇਵਾ ਵਾਸਤੇ ਸਾਨੂੰ ਪ੍ਰੇਰਦੀ ਹੈਗੀ ਹੈ। ਤੇ ਜਿਹੜਾ ਧਨ ਸਾਡਾ ਬਚੇਗਾ, ਜੋ ਮਾਇਆ ਬਚੇਗੀ, ਉਹਦੇ ਨਾਲ ਲੋਕਾਂ ਦੀ ਸੇਵਾ ਅਸੀਂ ਕਰ ਸਕਦੇ ਹੈਗੇ। ਤਾਂ ਉੱਥੇ ਕੜਾ ਪ੍ਰਸਾਦ ਵੀ ਤਿਆਰ ਕਰ ਸਕਦੇ ਹੈਗੇ। ਜਿੱਥੇ ਅਸੀਂ ਇਹ ਪ੍ਰਸਾਦ ਵਰਤਾਨੇ ਆ, ਇੱਕ ਪੰਡਾਲ ਵਿੱਚ ਕੜਾ ਪ੍ਰਸਾਦ ਤਿਆਰ ਕਰਕੇ ਅਰਦਾਸਾ ਸੂਦ ਕੇ ਪ੍ਰਵਾਨਗੀ ਲੈ ਕੇ ਫਿਰ ਕੜਾ ਪ੍ਰਸਾਦ ਵੀ ਵਰਤਾਇਆ ਜਾ ਸਕਦਾ, ਸੰਗਤ ਨੂੰ ਵੀ ਬੜਾ ਚੰਗਾ ਲੱਗੇਗਾ। ਸੋ ਇਸ ਤਰ੍ਹਾਂ ਸਾਨੂੰ ਹੁਣ ਹੌਲੀ ਹੌਲੀ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਜੋ ਰਹਿਤ ਮਰਿਆਦਾ ਕਹਿ ਰਹੀ ਹੈ, ਅਤੇ ਜੋ ਲੋਕ ਭਲਾਈ ਵਾਸਤੇ ਚੰਗਾ ਹੋ ਸਕਦਾ ਹੈ। ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬੜੇ ਸੋਹਣੇ ਆਪਣੀ ਰਸਨਾ ਦੇ ਸ਼ਬਦਾਂ ਦੇ ਨਾਲ ਸਾਨੂੰ ਇਹ ਕੜਾ ਪ੍ਰਸ਼ਾਦ ਦੀ ਵਿਧੀ ਤੇ ਇਹਦਾ ਜੋ ਇਤਿਹਾਸ ਹੈ ਉਹਦੇ ਨਾਲ ਜਾਣੂ ਕਰਾਇਆ। ਇੱਕ ਵਾਰੀ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕੱਲ ਫਿਰ ਇੱਕ ਨਵੇਂ ਕੁਐਸਚਨ ਦੇ ਨਾਲ, ਨਵੇਂ ਸਵਾਲ ਦੇ ਨਾਲ ਆਪ ਜੀ ਨਾਲ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।